Myself, Dr. Amit Juneja, lecturer in economics, Shahid Balwinder Singh, Government Senior Secondary Smart School, ਸਾਬੂਆਣਾ ਡਿਸਟ੍ਰਿਕਟ ਫਾਜ਼ਿਲਕਾ। ਤਾਂ ਮੈਂ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਅੱਜ ਦੇ ਇਸ ਲੈਕਚਰ ਦੇ ਵਿੱਚ ਜੋ ਕਿ ਹੈ ਮੁਦਰਾ ਦੀਆਂ ਹਾਨੀਆਂ। ਆਪਾਂ ਆਪਣੇ ਪਿਛਲੇ ਲੈਕਚਰ ਦੇ ਵਿੱਚ ਮੁਦਰਾ ਦੇ ਬਹੁਤ ਸਾਰੇ ਲਾਭ ਜਿਹੜੇ ਨੇ ਉਹ ਕੀਤੇ ਸੀ ਵੀ ਜਿਹੜੀ ਮੁਦਰਾ ਹੈ ਉਹਦੇ ਆਪਾਂ ਨੂੰ ਬਹੁਤ ਸਾਰੇ ਫਾਇਦੇ ਜਿਵੇਂ ਆਪਾਂ ਪਹਿਲਾ ਫਾਇਦਾ ਕੀਤਾ ਵੀ ਜਿਹੜੀ ਮੁਦਰਾ ਹੈ ਉਹ ਉਪਭੋਗ ਦੇ ਵਿੱਚ ਆਪਣੀ ਜਿਹੜੀ ਹੈ ਮਦਦ ਕਰਦੀ ਹੈ। ਮਤਲਬ ਅਗਰ ਆਪਣੇ ਕੋਲ ਪੈਸਾ ਹੈ ਤਾਂ ਆਪਾਂ ਕੀ ਕਰ ਸਕਦੇ ਹਾਂ ਉਸ ਪੈਸੇ ਨੂੰ ਅਲੱਗ-ਅਲੱਗ ਚੀਜ਼ਾਂ ਨੂੰ ਵਰਤਣ ਵਾਸਤੇ ਇਸ ਤਰੀਕੇ ਨਾਲ ਖਰਚ ਕਰ ਸਕਦੇ ਹਾਂ ਕਿ ਜਿੰਦੇ ਨਾਲ ਆਪਣੀ ਸੰਤੁਸ਼ਟੀ ਜਿਹੜੀ ਹੈ ਉਹ ਵੱਧ ਤੋਂ ਵੱਧ ਹੋ ਸਕੇ। ਨੰਬਰ 2 ਆਪਾਂ ਕਿਹਾ ਵੀ ਜਿਹੜੀ ਮੁਦਰਾ ਹੈ ਉਹ ਉਤਪਾਦਨ ਦੇ ਵਿੱਚ ਆਪਣੀ ਮਹੱਤਤਾ ਜਿਹੜੀ ਹੈ ਰੱਖਦੀ ਹੈ। ਕਿਵੇਂ ਵੀ ਇੱਕ ਉਤਪਾਦਕ ਜਿਹੜਾ ਹੈ ਉਹਦਾ ਮੇਨ ਮਕਸਦ ਜਿਹੜਾ ਉਹ ਆਪਣੇ ਲਾਭ ਨੂੰ ਵੱਧ ਤੋਂ ਵੱਧ ਕਰਨਾ ਹੁੰਦਾ ਹੈ। ਹੁਣ ਉਹਨੂੰ ਲਾਭ ਕਿਵੇਂ ਪਤਾ ਲੱਗਣਗੇ? ਲਾਭ ਪਤਾ ਕਰਨ ਦਾ ਤਰੀਕਾ ਇਹ ਹੈ ਕਿ ਜਿੰਨੀ ਵੀ ਉਹਨੂੰ ਆਮਦਨ ਹੁੰਦੀ ਹੈ ਉਹਦੇ ਵਿੱਚੋਂ ਜਿੰਨੀ ਉਹਦੀ ਲਾਗਤ ਹੈ ਉਹਨੂੰ ਮਾਈਨਸ ਕਰ ਦੇਵੇ ਤਾਂ ਬਾਕੀ ਜਿਹੜੇ ਹੋਣਗੇ ਉਹ ਉਹਦੇ ਲਾਭ ਹੋਣਗੇ। ਜਿਵੇਂ ਅਗਰ ਮੈਂ ਕਹਾਂ ਕਿ ਇਹ ਮਾਰਕਰ ਜਿਹੜਾ ਹੈ ਇਹ ਇੱਕ ਉਤਪਾਦਕ ਨੇ ਮਾਰਕਰ ਵੇਚਿਆ ਤੇ ਉਹਨੂੰ ਇਹਦੇ ਬਦਲੇ 25 ਰੁਪਏ ਮਿਲੇ ਤਾਂ 25 ਰੁਪਏ ਦੀ ਹੋਗੀ ਉਹਦੀ ਆਮਦਨ ਹੋਗੀ। ਪਰ ਇਸ ਮਾਰਕਰ ਨੂੰ ਬਣਾਉਣ ਤੇ ਉਹ ਕਹਿੰਦਾ ਮੈਨੂੰ 22 ਰੁਪਏ ਦਾ ਖਰਚਾ ਆਇਆ। ਹੁਣ ਮਿਲੇ 25 ਰੁਪਏ, ਲਾਗਤ ਕਿੰਨੀ ਆਈ 22 ਰੁਪਏ, ਤਾਂ ਲਾਭ ਕਿੰਨੇ ਹੋਏ 3 ਰੁਪਏ ਨੇ। ਤਾਂ ਹੁਣ ਆਪਾਂ ਜਿਹੜੀ ਆਮਦਨ ਹੈ 25 ਰੁਪਏ ਉਹਨੂੰ ਕਿੰਨੇ ਚ ਮਾਪਿਆ ਮੁਦਰਾ ਦੇ ਵਿੱਚ, ਜਿਹੜੀ ਲਾਗਤ ਹੈ 22 ਰੁਪਏ ਉਹਨੂੰ ਕਿੰਨੇ ਚ ਮਾਪਿਆ ਮੁਦਰਾ ਦੇ ਵਿੱਚ, ਲਾਭ ਕਿੰਨੇ ਹੋਏ 3 ਰੁਪਏ ਕਿੰਨੇ ਚ ਮਾਪਿਆ ਮੁਦਰਾ ਦੇ ਵਿੱਚ। ਤਾਂ ਆਪਾਂ ਇੱਕ ਉਤਪਾਦਕ ਨੂੰ ਮੁਦਰਾ ਦੀ ਮਦਦ ਨਾਲ ਪੈਸੇ ਦੀ ਮਦਦ ਨਾਲ ਇਹ ਦੱਸ ਸਕਦੇ ਹਾਂ ਵੀ ਤੇਰੇ ਲਾਭ ਜਿਹੜੇ ਨੇ ਉਹ ਕਿੰਨੇ ਹੋਣਗੇ। ਫਿਰ ਜਿਹੜੀ ਮੁਦਰਾ ਹੈ ਉਹ ਕੀ ਕਰਦੀ ਹੈ ਉਹ ਬਚਤ ਕਰਨ ਦੇ ਕੰਮ ਆਂਦੀ ਹੈ, ਯਾਨੀ ਪੈਸੇ ਦੇ ਵਿੱਚ ਆਪਾਂ ਜਿਹੜਾ ਉਹ ਆਪਣੀ ਬਚਤ ਕਰ ਸਕਦੇ ਹਾਂ। ਫਿਰ ਜਿਹੜੀ ਮੁਦਰਾ ਹੈ ਉਹ ਨਿਵੇਸ਼ ਦੇ ਕੰਮ ਆਂਦੀ ਹੈ, ਪੈਸੇ ਨੂੰ ਹੀ ਆਪਾਂ ਕਿਸੇ ਹੋਰ ਕੰਮ ਦੇ ਵਿੱਚ ਲਗਾ ਸਕਦੇ ਹਾਂ ਤੇ ਉਹਦੇ ਬਦਲੇ ਆਪਾਂ ਹੋਰ ਜ਼ਿਆਦਾ ਪੈਸਾ ਜਿਹੜਾ ਹੈ ਉਹ ਕਮਾ ਸਕਦੇ ਹਾਂ। ਪੈਸੇ ਵਿੱਚ ਕੀ ਹੋਏਗਾ ਵੀ ਜਿਹੜੇ ਵੀ ਉਤਪਾਦਨ ਦੇ ਸਾਧਨ ਨੇ ਆਪਾਂ ਉਹਨਾਂ ਦੀ ਵੰਡ ਕਰ ਸਕਦੇ ਹਾਂ। ਮਤਲਬ ਜਿਹੜਾ ਮਜ਼ਦੂਰ ਹੈ ਉਹਨੂੰ ਆਪਾਂ ਮਜ਼ਦੂਰੀ ਦੇ ਸਕਦੇ ਹਾਂ, ਜਿਹੜਾ ਪੂੰਜੀ ਵਾਲਾ ਹੈ ਉਹਨੂੰ ਵਿਆਜ ਦੇ ਸਕਦੇ ਹਾਂ, ਜਿਹੜਾ ਜ਼ਮੀਨ ਵਾਲਾ ਹੈ ਉਹਨੂੰ ਲਗਾਨ ਦੇ ਸਕਦੇ ਹਾਂ, ਜਿਹੜਾ ਉਦਮ ਕਰਤਾ ਹੈ ਉਹਨੂੰ ਆਪਾਂ ਲਾਭ ਦੇ ਸਕਦੇ ਹਾਂ। ਤੇ ਇਹ ਸਾਰੇ ਦੇ ਸਾਰੇ ਜਿਹੜੇ ਉਤਪਾਦਨ ਦੇ ਸਾਧਨ ਨੇ ਮਤਲਬ ਜੋ ਉਤਪਾਦਨ ਦੇ ਵਿੱਚ ਆਪਣੀ ਮਦਦ ਕਰਦੇ ਨੇ ਉਹਨਾਂ ਵਿੱਚ ਆਪਾਂ ਪੈਸੇ ਦੇ ਰੂਪ ਵਿੱਚ ਹੀ ਸਹੀ ਵਟਾਂਦਰਾ ਜਿਹੜਾ ਹੈ ਉਹ ਕਰ ਸਕਦੇ ਹਾਂ। ਉਸ ਤੋਂ ਬਾਅਦ ਕੀ ਹੋਇਆ ਵੀ ਜਿਹੜਾ ਮੁਦਰਾ ਹੈ ਉਹ ਆਪਣੀ ਜਿਹੜਾ ਵਪਾਰ ਕਰਨ ਚ ਮਦਦ ਕਰਦੀ ਹੈ। ਆਪਾਂ ਨਿਰਯਾਤ ਕਰਨੇ ਨੇ, ਆਪਾਂ ਆਯਾਤ ਕਰਨੇ ਨੇ ਤਾਂ ਨਿਰਯਾਤ ਆਯਾਤ ਕਿੰਨੇ ਦੇ ਹੋਣਗੇ ਇਹ ਮੁਦਰਾ ਚ ਡਿਸਾਈਡ ਹੋ ਸਕਦਾ ਹੈ। ਜਿਹੜੀ ਮੁਦਰਾ ਹੈ ਉਹਦੀ ਸਭ ਤੋਂ ਵੱਡੀ ਇੱਕ ਹੋਰ ਐਡਵਾਂਟੇਜ ਹੈਗੀ ਸੀ ਵੀ ਜਿਹੜੀ ਮੁਦਰਾ ਹੈ ਉਹਦੇ ਆਉਣ ਨਾਲ ਉਹ ਜਿਹੜੀ ਵਸਤੂ ਵਟਾਂਦਰਾ ਪ੍ਰਣਾਲੀ ਦੀਆਂ ਮੁਸ਼ਕਿਲਾਂ ਸੀ ਨਾ ਆਪਣੀ ਜਾਨ ਛੁੱਟ ਗਈ ਉਹਨਾਂ ਮੁਸ਼ਕਿਲਾਂ ਤੋਂ। ਮਤਲਬ ਹੁਣ ਆਪਾਂ ਨੂੰ ਇਹ ਜਿਹਾ ਬੰਦਾ ਲੱਭਣ ਦੀ ਲੋੜ ਹੀ ਨਹੀਂ ਵੀ ਲੋ ਜੀ ਮੇਰੇ ਕੋਲ ਕਣਕ ਹੈਗੀ ਹੈ ਮੈਨੂੰ ਚਾਵਲ ਚਾਹੀਦੇ ਨੇ ਤਾਂ ਪਹਿਲਾਂ ਤਾਂ ਮੈਂ ਇੱਕ ਇਹ ਜਿਹਾ ਬੰਦਾ ਲੱਭਾਂ ਵੀ ਜਿਹਦੇ ਕੋਲ ਚਾਵਲ ਹੋਣ, ਦੂਜਾ ਉਹ ਬੰਦਾ ਲੱਭਾਂ ਕਿ ਜਿਹਨੂੰ ਕਣਕ ਦੀ ਲੋੜ ਹੋਵੇ। ਮਤਲਬ ਦੋ ਚੀਜ਼ਾਂ ਮੈਚ ਕਰਨੀਆਂ ਚਾਹੀਦੀਆਂ ਨੇ, ਮੇਰੇ ਕੋਲ ਕਣਕ ਹੈ ਮੈਨੂੰ ਚਾਵਲ ਚਾਹੀਦੇ ਨੇ ਤਾਂ ਮੈਨੂੰ ਇੱਕ ਐਸਾ ਬੰਦਾ ਲੱਭਣਾ ਪਏਗਾ ਜਿੰਦੇ ਕੋਲ ਪਹਿਲੀ ਗੱਲ ਤਾਂ ਚਾਵਲ ਹੋਣ ਤਾਂ ਕਿ ਮੈਂ ਲੈ ਸਕਾਂ, ਦੂਜਾ ਉਹਨੂੰ ਕਣਕ ਦੀ ਲੋੜ ਹੋਵੇ ਤਾਂ ਕਿ ਉਹ ਮੇਰੇ ਕੋਲ ਕਣਕ ਲੈ ਸਕੇ। ਐਸਾ ਬੰਦਾ ਲੱਭਦਾ ਹੀ ਨਹੀਂ ਹੁੰਦਾ ਸੀ। ਤਾਂ ਆਪਣੀ ਹੁਣ ਜਾਨ ਛੁੱਟ ਗਈ ਉਹ ਚੀਜ਼ਾਂ ਤੋਂ। ਅਗਰ ਆਪਣੇ ਕੋਲ ਕਣਕ ਹੈਗੀ ਹੈ ਅੱਜ ਦੀ ਤਰੀਕ 'ਚ ਆਪਾਂ ਕੀ ਕਰਾਂਗੇ ਕਣਕ ਬਾਜ਼ਾਰ 'ਚ ਲੈ ਕੇ ਗਏ ਉਹਨੂੰ ਵੇਚਤਾ ਉਹਦੇ ਬਦਲੇ ਪੈਸੇ ਕਮਾ ਲਏ, ਫਿਰ ਦੁਕਾਨਦਾਰ ਕੋਲ ਗਏ ਉਹਨੂੰ ਕਹਿੰਦੇ ਲੈ ਵੀ ਆ ਫੜ ਪੈਸੇ ਉਹਦੇ ਬਦਲੇ ਸਾਨੂੰ ਚਾਵਲ ਦੇ ਦੇ। ਆਪਾਂ ਨੂੰ ਉਹ ਬੰਦਾ ਲੱਭਣ ਦੀ ਲੋੜ ਹੀ ਨਹੀਂ ਹੈ। ਤਾਂ ਵਸਤੂ ਵਟਾਂਦਰਾ ਪ੍ਰਣਾਲੀ ਦੀ ਜਿਹੜੀਆਂ ਮੁਸ਼ਕਿਲਾਂ ਸੀ ਉਹ ਤੋਂ ਜਾਨ ਛੁੱਟ ਗਈ। ਮਤਲਬ ਹੁਣ ਆਪਾਂ ਪੈਸੇ ਦੇ ਰੂਪ 'ਚ ਮੁਦਰਾ ਨੂੰ ਜੋੜ ਕੇ ਰੱਖ ਸਕਦੇ ਹਾਂ, ਆਪਾਂ ਪੈਸੇ ਦੇ ਵਿੱਚ ਹਰੇਕ ਚੀਜ਼ ਦੀ ਕੀਮਤ ਨਿਰਧਾਰਿਤ ਕਰ ਸਕਦੇ ਹਾਂ, ਪੈਸੇ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਕੇ ਜਾ ਸਕਦੇ ਹਾਂ। ਸਾਰੀਆਂ ਚੀਜ਼ਾਂ ਹੋ ਸਕਦੀਆਂ ਨੇ ਜਿਹੜੀਆਂ ਕਿ ਵਸਤੂ ਵਟਾਂਦਰਾ ਪ੍ਰਣਾਲੀ ਦੇ ਵਿੱਚ ਪੋਸੀਬਲ ਨਹੀਂ ਹੈਗੀਆਂ ਸੀ। ਤਾਂ ਇਹ ਸਾਰੇ ਜਿਹੜੇ ਨੇ ਉਹ ਆਪਾਂ ਆਪਣੇ ਲਾਸਟ ਲੈਕਚਰ ਦੇ ਵਿੱਚ ਜਿਹੜਾ ਹੈ ਉਹ ਮੁਦਰਾ ਦੇ ਲਾਭ ਦੀ ਗੱਲ ਕੀਤੀ ਸੀ। ਅੱਜ ਆਪਾਂ ਗੱਲ ਕਰਦੇ ਹਾਂ ਮੁਦਰਾ ਦੀਆਂ ਹਾਨੀਆਂ ਯਾਨੀ ਕਿ ਮੁਦਰਾ ਦੇ ਨੁਕਸਾਨ ਜਿਹੜੇ ਨੇ ਉਹ ਕੀ ਹੋ ਸਕਦੇ ਨੇ। ਮੈਂ ਆਪਣੇ ਲਾਸਟ ਲੈਕਚਰ ਦੇ ਵਿੱਚ ਇਹੀ ਗੱਲ ਕੀਤੀ ਸੀ ਕਿ ਮੁਦਰਾ ਦਾ ਆਪਦੇ ਤੌਰ ਤੇ ਕੋਈ ਨੁਕਸਾਨ ਨਹੀਂ ਹੈਗਾ। ਮੁਦਰਾ ਅਗਰ ਆਈ ਹੈ, ਪੈਸਾ ਅਗਰ ਆਇਆ ਹੈ ਤਾਂ ਸਿਰਫ ਆਪਣੀ ਸੁਵਿਧਾ ਵਾਸਤੇ ਆਇਆ ਹੈ, ਆਪਣੇ ਫਾयदे वास्ते आया है। किवें देखो जिन्ने भी
ਆਪਾਂ ਹੁਣੇ ਫਾਇਦੇ ਗਿਣਾਏ ਉਹ ਸਾਰੇ ਮੁਦਰਾ ਦੇ ਕਰਕੇ ਹੋਏ। ਉਪਭੋਗ ਚ ਮਹੱਤਵ ਦਿੱਤਾ, ਉਤਪਾਦਨ ਚ ਮਹੱਤਵ ਦਿੱਤਾ, ਬਚਤ ਨਿਵੇਸ਼ ਚ ਮਹੱਤਵ ਦਿੱਤਾ, ਵਟਾਂਦਰੇ ਦੇ ਵਿੱਚ ਮਹੱਤਵ ਦਿੱਤਾ, ਵਪਾਰ ਦੇ ਵਿੱਚ ਮਹੱਤਵ ਦਿੱਤਾ, ਵਸਤੂ ਵਟਾਂਦਰਾ ਪ੍ਰਣਾਲੀ ਦੇ ਮੁਸ਼ਕਿਲਾਂ ਤੋਂ ਆਪਾਂ ਨੂੰ ਬਚਾਇਆ। ਇਹ ਸਾਰੇ ਮੁਦਰਾ ਦੇ ਫਾਇਦੇ ਨੇ। ਪਰ ਫਿਰ ਵੀ ਲੋਕੀ ਕਹਿੰਦੇ ਨੇ ਕਿ ਨਹੀਂ ਪੈਸਾ ਆਉਣ ਨਾਲ ਹਾਲਾਤ ਖਰਾਬ ਹੋ ਗਏ, ਪੈਸਾ ਇਹ ਜਿਹੜਾ ਪੈਸਾ ਹੈ ਨਾ ਇਹ ਸਾਰੀਆਂ ਬੁਰਾਈਆਂ ਦੀ ਜੜ ਹੈ। ਪਰ ਪੈਸਾ ਚਾਹੀਦਾ ਵੀ ਸਾਰਿਆਂ ਨੂੰ ਹੈ। ਤਾਂ ਆਪਾਂ ਜਿਹੜੀਆਂ ਮੁਦਰਾ ਦੀਆਂ ਕਮੀਆਂ ਦੀ ਗੱਲ ਕਰਨੀ ਹੈ ਜਾਂ ਮੁਦਰਾ ਦੀਆਂ ਹਾਨੀਆਂ ਦੀ ਗੱਲ ਕਰਨੀ ਹੈ ਉਹ ਇਸ ਕਰਕੇ ਨੇ ਕਿਉਂਕਿ ਆਪਾਂ ਪੈਸੇ ਦੀ ਸਹੀ ਤਰੀਕੇ ਨਾਲ ਵਰਤੋਂ ਜਿਹੜੀ ਹੈ ਉਹ ਨਹੀਂ ਕੀਤੀ। ਪੈਸਾ ਬਹੁਤ ਅੱਛੀ ਚੀਜ਼ ਹੈ ਪਰ ਆਪਾਂ ਲਾਸਟ ਲੈਕਚਰ ਗੱਲ ਕੀਤੀ ਸੀ ਵੀ ਜਿਹੜੇ ਮਨੀ ਹੈ ਇਟ ਇਜ਼ ਅ ਗੁੱਡ ਸਰਵੈਂਟ, ਵੀ ਇੱਕ ਅੱਛਾ ਨੌਕਰ ਹੈ ਬਟ ਅ ਬੈਡ ਮਾਸਟਰ, ਬਟ ਇੱਕ ਬੁਰਾ ਮਾਲਿਕ ਹੈ। ਮਤਲਬ ਜਦੋਂ ਪੈਸਾ ਤੁਹਾਡੇ ਸਿਰ ਤੇ ਚੜ ਗਿਆ ਉਦੋਂ ਕੀ ਹੋਏਗਾ, ਉਦੋਂ ਪੈਸਾ ਤੁਹਾਨੂੰ ਖਰਾਬ ਕਰੇਗਾ, ਉਦੋਂ ਹੀ ਪੈਸੇ ਦੀਆਂ ਜਿਹੜੀਆਂ ਹਾਨੀਆਂ ਜਿਹੜੀਆਂ ਨੇ ਉਹ ਆਣਗੀਆਂ। ਆਪਾਂ ਇੱਕ ਹਿੰਦੀ ਵਿੱਚ ਨਾ ਜਿਹੜੇ ਬੱਚਿਆਂ ਨੂੰ ਤੁਹਾਡੇ ਚ ਹਿੰਦੀ ਹੋਵੇ ਇੱਕ ਦੋਹਾ ਪੜ੍ਹਦੇ ਆ, ਉਹ ਮੈਂ ਦੋਹਾ ਬੋਰਡ ਤੇ ਲਿਖਿਆ ਹੈ। ਉਹ ਕਹਿੰਦੇ ਜੀ ਕਨਕ ਕਨਕ ਤੇ 100 ਗੁਣੀ ਮਾਦਕ ਦਾ ਅਧਿਕਾਇ ਤੈ ਖਾਏ ਬੌਰਾਏ ਨਰ ਵਾਪਾਏ ਬੌਰਾਏ। ਤਾਂ ਹੁਣ ਇਹਦੇ ਚ ਕੀ ਹੈ, ਅਗਰ ਹਿੰਦੀ ਚ ਤੁਸੀਂ ਕਰਦੇ ਹੋ ਤਾਂ ਇਹਦੇ ਚ ਅਲੰਕਾਰ ਆਉਂਦੇ ਨੇ ਤਾਂ ਆਪਾਂ ਇਹਦੇ ਚ ਯਮਕ ਅਲੰਕਾਰ ਜਿਹੜਾ ਹੈ ਉਹ ਯੂਜ਼ ਕੀਤਾ ਹੈ। ਯਮਕ ਅਲੰਕਾਰ ਕੀ ਹੁੰਦਾ ਹੈ, ਜਿਹਦੇ ਚ ਨਾ ਇੱਕ ਵਰਡ ਇੱਕ ਤੋਂ ਜ਼ਿਆਦਾ ਵਾਰੀ ਆਉਂਦਾ ਹੈ। ਦੇਖੋ ਇੱਥੇ ਕੀ ਹੋ ਰਿਹਾ, ਕਨਕ 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 ਦੋ ਵਾਰੀ ਆ ਰਿਹਾ ਨਾ, ਪਰ ਕੀ ਹੋਏਗਾ ਯਮਕ ਅਲੰਕਾਰ ਇਹ ਕਹਿੰਦਾ ਹੈ ਵੀ ਇੱਕ ਲਾਈਨ ਦੇ ਵਿੱਚ ਇੱਕ ਸ਼ਬਦ ਜਿਹੜਾ ਹੈ ਇੱਕ ਤੋਂ ਜ਼ਿਆਦਾ ਵਾਰੀ ਆਏਗਾ ਪਰ ਹਰ ਵਾਰੀ ਉਹਦਾ ਮੀਨਿੰਗ ਜਿਹੜਾ ਹੈ ਉਹ ਵੱਖਰਾ ਵੱਖਰਾ ਹੋਏਗਾ। ਹੁਣ ਦੇਖੋ ਆ ਵੀ ਕਨਕ ਪਿਆ, ਆ ਵੀ ਕਨਕ ਪਿਆ, ਪਰ ਦੋਨੋਂ ਕਨਕ ਦਾ ਮਤਲਬ ਜਿਹੜਾ ਹੈ ਉਹ ਵੱਖਰਾ ਵੱਖਰਾ ਹੈ। ਜਿਵੇਂ ਉਹ ਕਹਿੰਦਾ ਹੈ ਪਹਿਲਾ ਕਨਕ, ਜਿਹੜਾ ਪਹਿਲਾ ਕਨਕ ਹੈ ਨਾ ਇਹਦਾ ਮਤਲਬ ਹੈ ਪੈਸਾ ਯਾਨੀ ਕਿ ਧਨ, ਠੀਕ ਹੈ। ਜਿਹੜਾ ਦੂਜਾ ਕਨਕ ਹੈ ਇਹਦਾ ਮਤਲਬ ਹੈ ਧਤੂਰਾ। ਤਾਂ ਉਹ ਕਹਿੰਦਾ ਹੈ ਕਨਕ ਕਨਕ ਤੇ 100 ਗੁਣੀ, ਕਹਿੰਦਾ ਜਿਹੜਾ ਪੈਸਾ ਹੁੰਦਾ ਹੈ ਉਹਦੇ ਵਿੱਚ ਨਾ ਧਤੂਰੇ ਨਾਲੋਂ 100 ਗੁਣਾ ਮਾਦਕਤਾ, ਮਾਦਕਤਾ ਮਤਲਬ ਹੁੰਦਾ ਹੈ ਨਸ਼ਾ, ਅਧਿਕਾਏ ਅਧਿਕ ਹੁੰਦਾ ਹੈ ਯਾਨੀ ਕਿ ਜ਼ਿਆਦਾ ਹੁੰਦਾ ਹੈ। ਉਹ ਕਹਿੰਦਾ ਵੀ ਜਿਹੜਾ ਪੈਸਾ ਹੈ ਉਹਦੇ ਵਿੱਚ ਧਤੂਰੇ ਨਾਲੋਂ 100 ਗੁਣਾ ਜ਼ਿਆਦਾ ਨਸ਼ਾ ਹੁੰਦਾ ਹੈ। ਜਿਹੜਾ ਪਹਿਲਾ ਕਨਕ ਸੀ ਉਹਦਾ ਮਤਲਬ ਸੀ ਪੈਸਾ ਜਾਂ ਆਪਾਂ ਕਹਿ ਸਕਦੇ ਹਾਂ ਸੋਨਾ। ਉਹ ਕਹਿੰਦਾ ਜਿਹੜਾ ਸੋਨਾ ਹੈ ਜਾਂ ਜਿਹੜਾ ਪੈਸਾ ਹੈ ਉਹਦੇ ਵਿੱਚ ਧਤੂਰੇ ਨਾਲੋਂ 100 ਗੁਣਾ ਜ਼ਿਆਦਾ ਨਸ਼ਾ ਹੁੰਦਾ ਹੈ। ਕਿਵੇਂ ਕਹਿੰਦਾ ਤੈ ਖਾਏ ਬੌਰਾਏ ਨਾ, ਬੌਰਾ ਜਾਣਾ ਪਾਗਲ ਹੋ ਜਾਣਾ, ਬੌਰਾਏ ਕੀ ਹੋਇਆ ਪਾਗਲ ਹੋ ਜਾਣਾ। ਨਰ मतलब इंसान। कहते कि ਜਿਹੜਾ ਧਤੂਰਾ ਹੈ ਤੈ ਖਾਏ ਬੌਰਾਏ, ਜਦੋਂ ਕੋਈ ਬੰਦਾ ਧਤੂਰਾ ਖਾ ਲੈਂਦਾ ਹੈ ਉਹਨੂੰ ਕੀ ਹੁੰਦਾ ਹੈ, ਉਹਦੇ ਨਾਲ ਨਸ਼ਾ ਹੋ ਜਾਂਦਾ ਹੈ। ਪਰ ਕਹਿੰਦਾ ਹੈ ਜਦੋਂ ਆਪਾਂ ਪੈਸੇ ਦੀ ਗੱਲ ਕਰਦੇ ਆ ਨਾ ਵਾਹ ਪਾਏ ਬੌਰਾਏ ਨਰ, मतलब ਕਹਿੰਦਾ ਵੀ ਜਦੋਂ ਪੈਸਾ ਹੈ ਸਿਰਫ ਉਹਨੂੰ ਪਾਏ, ਪਾਏ मतलब ਪਾ ਲੈਣ ਨਾਲ ਹੀ ਜਿਹੜਾ ਹੈ ਉਹ ਇਨਸਾਨ ਕੀ ਹੋ ਜਾਂਦਾ ਹੈ, ਪਾਗਲ ਹੋ ਜਾਂਦਾ ਹੈ। ਕਹਿਣ ਦਾ ਮਤਲਬ ਕੀ ਹੋਇਆ, ਦੋਹੇ ਚ ਇਹ ਕਿਹਾ ਗਿਆ ਹੈ ਕਹਿੰਦੇ ਵੀ ਜਿਹੜਾ ਪੈਸਾ ਹੈ ਉਹਦੇ ਵਿੱਚ ਸੋਨੇ ਨਾਲੋਂ 100 ਜਿਹੜਾ ਹੈ ਜਿਹੜਾ ਧਤੂਰਾ ਹੈ ਉਹਦੇ ਨਾਲੋਂ 100 ਗੁਣਾ ਜ਼ਿਆਦਾ ਨਸ਼ਾ ਹੁੰਦਾ ਹੈ। ਵੀ ਜਿਹੜਾ ਸੋਨਾ ਹੈ ਉਹਨੂੰ ਤਾਂ ਪਾ ਲੈਣ ਨਾਲ ਹੀ ਨਸ਼ਾ ਹੋ ਜਾਂਦਾ ਹੈ, ਧਤੂਰਾ ਤਾਂ ਖਾਵਾਂਗੇ ਤਾਂ ਨਸ਼ਾ ਹੋਏਗਾ, ਪਰ ਅਗਰ ਪੈਸਾ ਹੱਥੇ ਆ ਗਿਆ ਤਾਂ ਪੈਸੇ ਦੇ ਹੱਥੇ ਆਉਣ ਨਾਲ ਹੀ ਜਿਹੜਾ ਹੈ ਉਹ ਨਸ਼ਾ ਹੋ ਜਾਂਦਾ ਹੈ, ਬੰਦਾ ਪਾਗਲ ਹੋ ਜਾਂਦਾ ਹੈ। ਇਹਦਾ ਮਤਲਬ ਇਹ ਹੈ ਕਿ ਅਗਰ ਆਪਣੇ ਕੋਲ ਕੋਈ ਵੀ ਚੀਜ਼ ਜਿਹੜੀ ਹੈ ਉਹ ਜ਼ਰੂਰਤ ਤੋਂ ਜ਼ਿਆਦਾ ਹੋ ਜਾਂਦੀ ਹੈ ਉਹ ਕੀ ਕਰਦੀ ਹੈ, ਉਹ ਆਪਾਂ ਨੂੰ ਖਰਾਬ ਕਰਦੀ ਹੈ। ਤਾਂ ਐਸੇ ਚੀਜ਼ ਨੂੰ ਹੀ ਬੇਸ ਬਣਾ ਕੇ ਆਪਾਂ ਕੀ ਕਰਾਂਗੇ, ਮੁਦਰਾ ਦੀਆਂ ਹਾਨੀਆਂ ਜਿਹੜੀਆਂ ਨੇ ਉਹਨਾਂ ਦੀ ਆਪਾਂ ਗੱਲ ਕਰਾਂਗੇ ਕਿ ਮੁਦਰਾ ਦੇ ਆਉਣ ਦੇ ਨਾਲ ਕੀ ਕੀ ਆਪਾਂ ਨੂੰ ਜਿਹੜੇ ਨੇ ਉਹ ਨੁਕਸਾਨ ਹੋਏ। ਦੇਖੋ ਪਹਿਲਾ ਮੁਦਰਾ ਦੇ ਆਉਣ ਨਾਲ ਆਪਾਂ ਨੂੰ ਨੁਕਸਾਨ ਕੀ ਹੋਇਆ ਕਿ ਮੁੱਲ ਵਿੱਚ ਅਸਥਿਰਤਾ ਜਿਹੜੀ ਹੈ ਉਹ ਆਣੀ ਸ਼ੁਰੂ ਹੋ ਗਈ। ਮੁੱਲ ਵਿੱਚ ਅਸਥਿਰਤਾ ਦਾ ਮਤਲਬ ਕੀ ਹੈ, ਦੇਖੋ ਮੁੱਲ ਦਾ ਮਤਲਬ ਹੁੰਦਾ ਹੈ ਕੀਮਤ। ਦੇਖੋ ਕੀਮਤ ਵਿੱਚ ਅਸਥਿਰਤਾ, ਅਸਥਿਰਤਾ ਮਤਲਬ ਕੀਮਤ ਦਾ ਸਥਿਰ ਨਾ ਰਹਿਣਾ। ਦੇਖੋ ਜਦੋਂ ਪੈਸਾ ਨਹੀਂ ਹੁੰਦਾ ਸੀ, ਠੀਕ ਹੈ, ਜਦੋਂ ਵਸਤੂ ਵਟਾਂਦਰਾ ਪ੍ਰਣਾਲੀ ਹੁੰਦੀ ਸੀ ਉਦੋਂ ਕੀ ਹੁੰਦਾ ਸੀ, ਉਦੋਂ ਸਾਰੀਆਂ ਚੀਜ਼ਾਂ ਦਾ ਮੁੱਲ ਜਿਹੜਾ ਹੈ ਉਹ ਵਸਤੂਆਂ ਦੇ ਵਿੱਚ ਹੁੰਦਾ ਸੀ। ਇੱਕ ਚੀਜ਼ ਦਾ ਮੁੱਲ ਦੂਜੀ ਵਸਤੂ ਦੇ ਵਿੱਚ, ਦੂਜੀ ਦਾ ਮੁੱਲ ਤੀਜੀ ਵਸਤੂ ਵਿੱਚ, ਤੀਜੀ ਦਾ ਚੌਥੀ ਵਸਤੂ ਵਿੱਚ, ਸਾਰੀਆਂ ਚੀਜ਼ਾਂ ਦਾ ਮੁੱਲ ਵਸਤੂਆਂ 'ਚ ਹੁੰਦਾ ਸੀ। ਹੁਣ ਵਸਤੂਆਂ ਦਾ ਉੱਪਰ ਨੀਚੇ ਹੋਣਾ ਤਾਂ ਪੋਸੀਬਲ ਨਹੀਂ ਹੈ, ਪਰ ਜਦੋਂ ਆਪਾਂ ਜਿਹੜਾ ਮੁਦਰਾ ਦੇ ਰੂਪ ਵਿੱਚ ਆਪਾਂ ਕੀਮਤ ਨਿਰਧਾਰਿਤ ਕਰਨੀ ਸ਼ੁਰੂ ਕੀਤੀ ਨਾ ਵੀ ਆਪਾਂ ਹਰੇਕ ਚੀਜ਼ ਦੀ ਕੀਮਤ ਨੂੰ ਕੀ ਕੀਤਾ, ਆਪਾਂ ਮੁਦਰਾ ਦੇ ਵਿੱਚ ਯਾਨੀ ਕਿ ਪੈਸੇ ਵਿੱਚ ਜਿਹੜਾ ਹੈ ਉਹ ਡਿਸਾਈਡ ਕਰਨਾ ਸ਼ੁਰੂ ਕਰਤਾ। ਕਹਿੰਦਾ ਜਦੋਂ ਆਪਾਂ ਮੁੱਲ ਨੂੰ ਮੁਦਰਾ ਦੇ ਰੂਪ ਵਿੱਚ
डिसाइड किया मुल की हो गए अस्थिर हो गए, मतलब मुल दे विच उतार चढ़ाव जिहड़े ने वो आने शुरू हो गए। सिंपल जी गल है, आपां कहते हैं कि वो फलाना बंदा जिहड़ा है उन्हें तो ना प्रॉपर्टी च पैसे लाए सी, ठीक है, प्रॉपर्टी की खरीद विच करदा सी, वो तो बर्बाद हो गया जी। मतलब कहंदा जी लो जी प्लॉट खरीदे सी, ठीक है, 10-10 लाख रुपए दे, कल नूं कहंदा 15-15 लाख दा बेचांगा, कि होया जी रेट डाउन हो गए, 10 लाख दा जिहड़ा प्लॉट है हुण कोई 2 लाख दा नहीं खरीददा। इन्ना मतलब कि पहला वो चीज दा मुल जिहड़ा है वो 10 लाख रुपए हैगा सी, हुण कि होया कहंदा जी लो जी हुण तां प्रॉपर्टी दे रेट डाउन ने, हुण तां 10 लाख दे 2 लाख देण नूं तैयार नहीं हैगा। यानी जेड़ी चीज दी कीमत मुद्रा दे विच पहला 10 लाख रुपए सी, हुण उसे चीज दी कीमत मुद्रा दे विच कितनी रह गई 2 लाख रह गई, बंदा बर्बाद हो गया। यानी मुल जिहड़े ने वो की हो गए अस्थिर हो गए। अज एक चीज दी कितनी कीमत है आपां गारंटी नाल नहीं कह सकते कि कल नूं वो चीज दी उन्नी कीमत होएगी या उस तो घट होएगी या उस तो वध होएगी, कुछ नहीं आता पता। तां मुद्रा दे आण नाल ही ये सारे उतार चढ़ाव जिहड़े ने वो आने शुरू होए ने। यानी आपां कहने आ कि लो जी शेयर मार्केट है, कदे शेयर मार्केट तो ऊपर जा रही है जी, कदे थल्ले आ रही है जी, शेयर के मुल का कोई अता पता नहीं की हो गया जी। शेयर बाजार का ना टोटली जुआ बन के रह गया है, मतलब आपको पता ही नहीं कि आज जेडी कंपनी का शेयर है वो किन्ने दा होगा, कल किन्ने दा होगा, कोई अता पता नहीं हैगा। ता सोने का मुल ले लो, कदे सोना 30,000 का हुंदा है, कदे 35 का हुंदा है, कदे 40 का होया पिया हुंदा है, ते कदे 45 भी क्रॉस कीती बैठा हुंदा है। ता सोने का मुल भी जिहड़ा है वो की है अस्थिर है। क्यों अस्थिर है? क्योंकि आपां इन्ना सारियां चीजां दा मुल जिहड़ा है वो किंदे च डिसाइड कीता, मुद्रा विच डिसाइड कीता, ताई आपां नूं इह अस्थिरता जिहड़ी है वो देखनी पै रही है। जेकर मुद्रा नहीं हुंदी सी तां अस्थिरता भी नहीं हुंदी सी। तां मुद्रा दा पहला नुकसान यह है कि उन्हें की कीता चीजां दियां जिहड़ियां कीमतां ने उन्हां नूं अस्थिर करता, मतलब उन्हां नूं स्टेबल नहीं रख पाई। दूसरा आपां ना एक टॉपिक पढ़दे हां, उन्हां नूं कहंदे हां व्यापार चक्कर। व्यापार चक्कर जिहड़ा है एक ही चीज हुंदा है। देखो जदों भी आपां अपनी अर्थव्यवस्था की गल करते हैं तां अपनी अर्थव्यवस्था जिहड़ा बिल्कुल स्टेबल नहीं जाती। ऐ नहीं होएगा कि अपनी अर्थव्यवस्था ऐ जाएगी, ऐ लो जी आपां ऊपर दे ऊपर ऊपर दे ऊपर ऊपर दे ऊपर ऊपर दे ऊपर जा रहे हैं, एवें कदे नहीं हुंदा। अर्थव्यवस्था बिल्कुल एक सीधी लाइन दे विच है वो कदे नहीं जाती। जदों भी आपां अर्थव्यवस्था की गल करते हैं ना तो इस तरह चलती है, इस तरह होता है। अर्थव्यवस्था कदे भी सीधी नहीं जाएगी, हमेशा उतार चढ़ाव आएंगे। हुण उतार चढ़ाव जिहड़े ये मैं बनाए ने ना इहदियां 4 स्टेजेस हुंदियां ने। जदों तक आपां बिल्कुल ऊपर बैठे हां, इत्थे बिल्कुल ऊपर उन्हां आपां कहने आ तेजी। तेजी यानी बूम बूम। जदों आपां थल्ले आने शुरू हो गए आ हिस्सा इहनूं आपां कहांगे मंदी वल। हाली मंदी आई नहीं है, आपां मंदी वाले जा रहे हैं, इहनूं आपां कहते हैं रिसेशन। जदों आपां बिल्कुल थल्ले पहुंच गए, मतलब अपनी इकोनॉमी का पूरे तरीके नाल बैठा रह गया, आपां कहांगे ओ की है जी, ओ हैगी है मंदी यानी की है डिप्रेशन। फिर क्या होएगा? फिर आप ऊपर जाना शुरू कर देंगे, आपां कह लो जी हुण तां सुधार होने शुरू हो गए, आपां तां ऊपर जान लग पे, इहनूं आपां कहांगे रिकवरी। फिर क्या होएगा? फिर आप ऊपर पहुंच जाएंगे यानी कि बूम, तेजी के ऊपर। फिर क्या होगा? फिर थल्ले आना पाएंगे, फिर मंदी पहुंच जाओगे, फिर सुधार होंगे, फिर आने आवांगे, ये चीज़ां चलदियां रहंदियां। हुण सोचो कि जदों अर्थव्यवस्था दे विच तेजी है, आपां टॉप ते बैठे हां, की होएगा? प्रॉफिट बहुत ज्यादा होंगे, आमदन बहुत ज्यादा होएगी, निवेश लोकी बहुत ज्यादा करेंगे, ठीक है, लोगों की कीमतां बहुत ज्यादा होंगियां, कीमतां ज्यादा ने, आमदन ज्यादा है, रोजगार ज्यादा है, उत्पादन ज्यादा है, ਜਿਹੜਾ प्रॉफिट ਜਿਹੜੇ ਨੇ ਉਹ ਜ਼ਿਆਦਾ ਨੇ, सब कुछ अपनी इकोनॉमी ਦੇ ਵਿੱਚ बड़ा ਵਧੀਆ ਚੱਲਦਾ ਪਿਆ, ਆਪਾਂ ਦੀ ਬੈਸਟ ਪੋਜੀਸ਼ਨ ਤੇ ਆ। ਪਰ ਕਹਿੰਦੇ ਅਰਥਵਿਵਸਥਾ ਹਮੇਸ਼ਾ ਇੱਥੇ ਨਹੀਂ ਰਹਿੰਦੀ। ਜਦੋਂ ਤੁਸੀਂ ਬਹੁਤ ਟੌਪ ਤੇ ਬੈਠੇ ਹੋ ਨਾ, ਥੱਲੇ ਤੁਸੀਂ ਆਣਾ ਹੀ ਆਣਾ ਹੈ। ਤੁਸੀਂ ਕੀ ਹੋਏਗਾ? ਥੱਲੇ ਆਣਾ ਲੱਗੋਗੇ। ਜਦੋਂ ਤੁਸੀਂ ਥੱਲੇ ਆਓਗੇ ਕੀ ਹੋਏਗਾ? ਤੁਹਾਡੀ ਆਮਦਨ ਘਟ ਜਾਣੀ ਹੈ, ਰੋਜ਼ਗਾਰ ਘਟ ਜਾਣਾ ਹੈ, ਉਤਪਾਦਨ ਘਟ ਜਾਣਾ ਹੈ, ਲਾਭ ਘਟ ਜਾਣੇ ਨੇ, पूर्ति घट जानी है, कीमतां घट जानी है, ਤੁਹਾਨੂੰ नुकसान होने शुरू हो गए। ਤਾਂ ਥੱਲੇ ਆ ਲੱਗੇ। ਜਦੋਂ ਤੁਸੀਂ ਬਿਲਕੁਲ ਥੱਲੇ ਪਹੁੰਚ ਗਏ, ਹੁਣ ਸੋਚੋ ਇੱਥੇ ਕੀ ਹੋਏਗਾ? ਤੁਹਾਡੀਆਂ ਕੀਮਤਾਂ ਬਿਲਕੁਲ ਹੀ ਖਤਮ, ਤੁਹਾਡਾ ਰੋਜ਼ਗਾਰ ਬਿਲकुल ही खत्म, उत्पादन खत्म, पूर्ति खत्म, आमदन खत्म, लाभ खत्म, बिल्कुल बर्बाद। फिर क्या होगा? फिर ऊपर जाना शुरू कर दोगे। फिर क्या होगा? थोड़ी
अर्थ व्यवस्था ਦੇ ਵਿੱਚ ਆਉਂਦੇ ਰਹਿੰਦੇ ਨੇ। ਹੁਣ ਜਿੰਨੇ ਵੀ ਇਹ ਉਤਾਰ ਚੜਾਵ ਆਉਂਦੇ ਨੇ ਉਹ ਕਿਉਂ ਆਉਂਦੇ ਨੇ? ਉਹ ਮੁਦਰਾ ਦੇ ਕਰਕੇ ਆਉਂਦੇ ਨੇ, ਉਹ ਪੈਸੇ ਦੇ ਕਰਕੇ ਆਉਂਦੇ ਨੇ। ਕਿਉਂ? ਜਦੋਂ ਪੈਸਾ ਹੁੰਦਾ ਹੀ ਨਹੀਂ ਸੀ ਤਾਂ ਕਾਦੀ ਤੇਜ਼ੀ, ਜਦੋਂ ਪੈਸਾ ਹੁੰਦਾ ਹੀ ਨਹੀਂ ਸੀ ਤਾਂ ਕਾਦੀ ਮੰਦੀ? ਨਾ ਕੋਈ ਮੰਦੀ ਹੋਏਗੀ ਨਾ ਕੋਈ ਤੇਜ਼ੀ ਹੋਏਗੀ। क्यों नहीं होगी? क्योंकि जिन्ना बनाया सारा का सारा बिक गया, रोला रप्पा ही नहीं गा। किवें? एक बंदे ने की कीता, एक बंदे ने कणक उगाई, ओनू चावल चाहिए ने, ओने की कीता आधी कणक दित्ती, उधरों की कीता चावल ले ले। मतलब कणक दी खरीद ते चावल दी खरीद की हो गई बराबर, यानी रोला रप्पा है ही भी। अगर एक बंदा बाजार दे विच सोच के देखो, बड़ी सिंपल एग्जांपल है भी तेजी है, कीमतां क्यों वध रही हैं? क्योंकि चीज़ां बाजार च है नहीं पर मांग बहुत है। बाजार दे विच अज आलू घट ने पर बाजार च आलूआं दी मांग बहुत है तो आलू दे रेट बढ़ जाएंगे। ठीक है, उल्टा जो मंदी है की होएगा? बाजार च चीज़ां बहुत पईयां ने पर खरीदण वाला कोई है नहीं तो की होएगा? मंदी आएगी, कीमतां घटणगीਆਂ। जे इत्थे कीमतां बदलणगीਆਂ, कीमतां घटियां कीमतां वधियां, क्यों घटियां क्यों वधियां? क्योंकि जदों कोई चीज बाजार दे विच आ गई जरूरत नालों ज्यादा तां रेट घट जाएंगे। जदों कोई चीज आई बाजार दे विच जरूरत नालों घट तां की होएगा? रेट बढ़ जाएंगे। पर जदों आपां वस्तु वटांदरा प्रणाली की गल करदे सी तां किसी भी चीज दा घट आना, किसी भी चीज दा ज्यादा आना रोला रप्पा ही नहीं सी। क्योंकि इहदे विच की सी भी जदों एक बंदा एक चीज नूं वेच रिहा है नाल दे नाल दूजी चीज नूं खरीद भी रिहा है। अगर वो आधी कणक दे रहा है तो की है? वो कणक दा वेचदार है। पर जे कणक दे रहा है तो उनके बदले चावल ले भी तो लिया है तो की होएगा? वो चावल का की होएगा? खरीदार होएगा। हुन जिन्नी कणक देगा उन्ने ही तक चावल लेगा। मतलब ज्यादा उत्पादन होने की पॉसिबिलिटी नहीं है, घट उत्पादन होने की पॉसिबिलिटी नहीं है। जे ज्यादा उत्पादन घट उत्पादन हो ही नहीं सकता तो मंदी तेजी किवें आएगी? ये ਜਿਹੜੀ ਮੰਦੀ ਇਹ ਤੇਜ਼ੀ ਜਿਹੜੀ ਆਣੀ ਸ਼ੁਰੂ ਹੋਈ ਹੈ ਇਹ ਸਿਰਫ ਕੀਮਤਾਂ ਦੇ ਕਰਕੇ ਆਣੀ ਸ਼ੁਰੂ ਹੋਈ ਹੈ। ਜਦੋਂ ਕੀਮਤਾਂ ਵੱਧ ਜਾਂਦੀਆਂ ਨੇ ਆਪਾਂ ਕਹਾਂਗੇ ਤੇਜ਼ੀ ਆ ਗਈ, ਜਦੋਂ ਕੀਮਤਾਂ ਘਟ ਜਾਂਦੀਆਂ ਨੇ ਆਪਾਂ ਕਹਾਂਗੇ ਮੰਦੀ ਆ ਗਈ। ਅਰੇ ਜਦੋਂ ਵਸਤੂ ਜਿਹੜੀਆਂ ਨੇ ਉਹਨਾਂ ਦੀਆਂ ਕੀਮਤਾਂ ਮੁਦਰਾ ਦੇ ਵਿੱਚ ਹੁੰਦੀਆਂ ਹੀ ਨਹੀਂ ਸੀ, ਪੈਸਾ ਹੁੰਦਾ ਹੀ ਨਹੀਂ ਸੀ, ਕੀਮਤਾਂ ਹੀ ਨਹੀਂ ਹੁੰਦੀਆਂ ਸੀ। क्योंकि वस्तु वटांदरा प्रणाली दे विच कीमतां हुंदियां कदों सी? क्योंकि कीमतां तां मुद्रा विच डिसाइड हुंदियां ने, उदों तां मुद्रा ही नहीं हुंदी सी तो फिर कीमतां भी नहीं हुंदियां सी। अरे जदों कीमत ही नहीं हुंदी तां आपां कहांगे लो जी कीमत वध गई कीमत घट गई। मैं कहूंगा कीमत ही नहीं हैगी तां ना वध सकदी ना घट सकदी, की होएगा? व्यापार चक्कर नहीं आंदे सी। तां व्यापार चक्कर मंदी तेजी ये उदों आने शुरू होए ने जदों की होया मुद्रा आनी शुरू हुई है, जदों पैसा आना शुरू होया। फिर की होएगा? फिर एक्चुअली की हो गया है आजकल के जमाने में ना हरेक चीज का की कर दिता गया है? अति पूंजीकरण कर दिता गया है। अति पूंजीकरण मतलब आपा ना हरेक चीज दे विच ज्यादा तो ज्यादा पैसा लाना शुरू करता है। बिलो जी पैसा बहुत है, हुण की करो? इस चीज में पैसा ला दो, इस चीज में पैसा ला दो, इस चीज में पैसा ला दो। तो ਜਿਹੜੇ बहुत अमीर घराने के लोग ने ना उन्होंने की किया है? अति पूंजीकरण करता है, यानी उन्होंने बहुत सारी चीजों के ऊपर कब्जा कर लिया। हुण की होएगा? जदों आपां हरेक चीज पैसा 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 लाई जावांगे की होएगा? उत्पादन हो जाएगा ज्यादा। ठीक है, पर आपां पैसा लाई ते जाने उत्पादन कीती ते जाने पर लोकां कोल उन्ना पैसा नहीं हैगा जिन्ना कि वो खरीद सकन। क्यों? क्योंकि ज्यादातर पैसा जिहड़ा है वो कुछ लोगों के हाथ में जमा होया है। यानी अगर आप अपने अगले पॉइंट के नाल जोड़ के पढ़िए ज्यादा समझ आएगा। वो आएगा उन्होंने आप कहने आमदन अते धन दी असमान वंड। यानी जिहड़ी भी आमदन है जिहड़ा भी धन है अपने देश विच उनकी वंड जिहड़ी है वो बराबर नहीं है। यानी अपने देश दे विच जिन्ने भी लोग ने उन्हां सारे लोकां कोल पैसा बराबर नहीं है। एक पासे तो वो लोग ने जिन्हां कोल बहुत पैसा है, मतलब इन्ना है भी उन्होंने आप नहीं पता भी साडे कोल कितना पैसा है। दूसरी तरफ वो लोग ने जिन्हां कोल बिल्कुल भी नहीं है। यानी ऐसे लोग जिहड़े दिहाड़ीदार मजदूर ने, जिहड़े गरीबी रेखा तो थल्ले रह रहे ने, जिन्हां जिहड़े रात नूं
ਤਾਂ ਸਵੇਰੇ ਇਹ ਨਹੀਂ ਪਤਾ ਹੁੰਦਾ ਵੀ ਸਵੇਰੇ ਸਾਨੂੰ ਰੋਟੀ ਮਿਲਣੀ ਹੈ ਕਿ ਨਹੀਂ ਮਿਲਣੀ ਹੈ। ਇੱਕ ਤਰਫ ਉਹ ਵੀ ਲੋਕ ਨੇ ਤੇ ਇੱਕ ਇਸ ਤਰ੍ਹਾਂ ਦੇ ਲੋਕ ਬੈਠੇ ਨੇ ਜਿਨ੍ਹਾਂ ਕੋਲ ਅਣਗਿਣਤ ਅਮਾਉਂਟ 'ਚ ਪੈਸਾ ਹੈ, ਬਰਾਬਰ ਪੈਸੇ ਦੀ ਵੰਡ ਨਹੀਂ ਹੈਗੀ। ਹੁਣ ਸੋਚੋ ਵੀ ਪੈਸੇ ਦੀ ਵੰਡ ਬਰਾਬਰ ਨਹੀਂ ਹੈਗੀ, ਮੈਂ ਕੀ ਕਹਿਣਾ ਚਾਹ ਰਿਹਾ ਵੀ ਮੁਦਰਾ ਦੀ ਵੰਡ ਬਰਾਬਰ ਨਹੀਂ ਹੈ। ਸਮਾਜ ਜਿਹੜਾ ਹੈ ਉਹ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਹੈ, ਇੱਕ ਉਹ ਜਿਨ੍ਹਾਂ ਕੋਲ ਹੈਗਾ ਤੇ ਇੱਕ ਉਹ ਜਿਨ੍ਹਾਂ ਕੋਲ ਨਹੀਂ ਹੈਗਾ। ਯਾਨੀ ਜਿਨ੍ਹਾਂ ਕੋਲ ਹੈਗਾ ਉਹਨਾਂ ਕੋਲ ਇੰਨਾ ਜ਼ਿਆਦਾ ਹੈਗਾ ਵੀ ਉਹਨਾਂ ਨੇ ਜਿਨ੍ਹਾਂ ਕੋਲ ਨਹੀਂ ਹੈਗਾ ਉਹਨਾਂ ਦੇ ਵੀ ਪੈਸੇ ਤੇ ਕਬਜ਼ਾ ਕੀਤਾ ਹੋਇਆ ਹੈ। ਉਹ ਕੀ ਕਰ ਰਹੇ ਨੇ, ਉਹ ਹਰੇਕ ਕੰਮ ਦੇ ਵਿੱਚ ਪੈਸਾ ਲਾਈ ਜਾਂਦੇ ਨੇ, ਰਿਜ਼ਲਟ ਕੀ ਨਿਕਲਦਾ ਹੈ, ਅਤੀ ਪੂੰਜੀਕਰਨ ਹੋ ਰਿਹਾ। मतलब एक कहावत है, वो कहते हैं राजा का बेटा ही राजा बनता है। क्यों बनेगा, क्योंकि देखो जिनके को पैसा है, ठीक है, वो एक मैं मूवी देखी थी सुपर 30, ਉਹਦੇ ਚ ਕਹਿੰਦੇ ਨਹੀਂ ਹੁਣ ਰਾਜਾ ਦਾ ਬੇਟਾ ਰਾਜਾ ਨਹੀਂ ਬਣੇਗਾ। ਪਰ ਇਹ मूवी ਦੇ ਦੇਖਣ ਦੇ ਹਿਸਾਬ ਤੇ ਬਹੁਤ ਅੱਛਾ ਹੈ, ਪਰ ਅਗਰ ਆਪਾਂ ਰਿਐਲਿਟੀ ਦੇ ਵਿੱਚ ਦੇਖੀਏ ਤਾਂ ਰਾਜਾ ਦਾ ਬੇਟਾ ਹੀ ਰਾਜਾ ਬਣਦਾ ਹੈ। ਕਿਵੇਂ ਰਾਜਾ ਬਣਦਾ, ਬੜੀ ਸਿੰਪਲ ਜੀ ਗੱਲ ਹੈ, ਜਿੰਦੇ ਮਾਪਿਓ ਕੋਲ ਪੈਸੇ ਹੈਗੇ ਨੇ ਉਹੀ ਆਪਣੇ ਬੱਚਿਆਂ ਦੀ ਪੜ੍ਹਾਈ ਦੇ ਉੱਪਰ ਪੈਸੇ ਲਾ ਸਕਣਗੇ। ਜਿਹੜੇ ਆਪਣੇ ਮਾਪਿਓ ਦੇ ਪੈਸੇ ਦੇ ਨਾਲ ਕੁਝ ਪੜ੍ਹਾਈ ਕਰ ਲੈਣਗੇ ਉਹੀ ਅੱਗੇ ਜ਼ਿੰਦਗੀ 'ਚ ਵਧਣਗੇ, ਉਹੀ ਅੱਗੇ ਜ਼ਿੰਦਗੀ 'ਚ ਕੁਝ ਬਣਨਗੇ, ਉਹੀ ਜਿਹੜੇ ਨੇ ਉਹ ਅੱਗੇ ਜਾ ਕੇ ਹੋਰ ਪੈਸੇ ਕਮਾਉਣਗੇ। ਪੈਸਾ ਜੋ ਹੋਏਗਾ ਇਕੱਠਾ ਹੁੰਦਾ ਜਾਏਗਾ। ਇੱਕ ਗਰੀਬ ਆਦਮੀ ਦੀ ਗੱਲ ਕਰੀਏ ਤਾਂ ਗਰੀਬ ਆਦਮੀ ਦਾ ਆਪਣੇ ਬੱਚੇ ਨੂੰ ਉਹਦਾ ਦੀ ਰੋਟੀ ਦਾ ਨਹੀਂ ਪਤਾ ਕਿ ਮੈਨੂੰ ਰੋਟੀ ਵੀ ਮਿਲਣੀ ਹੈ ਕਿ ਨਹੀਂ ਮਿਲਣੀ, ਉਹਨੂੰ ਆਪਣੇ ਬੱਚੇ ਦੀ ਪੜ੍ਹਾਈ ਤੇ ਸੋਚੋ ਕਿਵੇਂ ਪੈਸੇ ਲਾ ਸਕਦਾ ਹੈ। ਅਗਰ ਆਪਾਂ ਇਹ ਸੋਚੀਏ ਕਿ ਇੱਕ ਗਰੀਬ ਆਦਮੀ ਨੇ ਆਪਣੇ ਬੱਚੇ ਨੂੰ ਡਾਕਟਰ ਬਣਾਉਣਾ ਹੈ ਤਾਂ ਕਿਵੇਂ ਬਣਾਏਗਾ। ਹੁਣ ਡਾਕਟਰ ਬਣਾਉਣ ਵਾਸਤੇ ਪੈਸਾ ਬਹੁਤ ਜ਼ਿਆਦਾ ਚਾਹੀਦਾ, ਉਹਦੇ ਕੋਲ ਵਿਚਾਰੇ ਕੋਲ ਹੈ ਹੀ ਨਹੀਂ, ਉਹ ਕਿੱਥੋਂ ਬਣਾ ਲੇਗਾ। ਹੁਣ ਜਿਹੜਾ ਅਮੀਰ ਹੈ ਉਹਨੇ ਕੀ ਕਰਨਾ ਹੈ, ਉਹਨੇ ਆਪਣੇ ਬੱਚੇ ਨੂੰ ਡਾਕਟਰ ਬਣਾਉਣਾ ਹੈ, ਉਹਦਾ ਬੇਟਾ ਡਾਕਟਰ ਬਣੇਗਾ, ਇੰਜੀਨੀਅਰ ਬਣੇਗਾ, ਉਹ ਹੋਰ ਅੱਗੇ ਪੈਸੇ ਕਮਾਏਗਾ, ਉਹ ਆਦੇ ਬੱਚਿਆਂ ਦੇ ਅੱਗੇ ਲਾਏਗਾ, ਪੈਸੇ ਐਵੇਂ ਇਕੱਠੇ ਹੁੰਦੇ ਰਹਿਣਗੇ। ਆਪਾਂ ਇਹ ਨਹੀਂ ਕਹਿ ਸਕਦੇ ਕਿ ਹਮੇਸ਼ਾ ਐਵੇਂ ਹੁੰਦਾ ਹੈ, ਪਰ ਐਕਸੈਪਸ਼ਨਸ ਵੀ ਹੈਗੀਆਂ ਨੇ, ਪਰ ਉਹ ਐਕਸੈਪਸ਼ਨਸ ਹੀ ਨੇ, ਉਹ ਅਪਵਾਦ ਹੀ ਨੇ। मतलब ये नहीं आप कह सकते कि अगर 100 गरीब ने तो 100 ਦੇ 100 ਗਰੀਬਾਂ ਦੇ ਬੱਚੇ ਜਿਹੜੇ ਨੇ ਉਹ ਡਾਕਟਰ ਬਣ ਜਾਣਗੇ। ਕੋਈ ਇੱਕ ਅੱਧਾ, ਕੋਈ 2%, ਕੋਈ 4% ਐਕਸੈਪਸ਼ਨਲ ਕੇਸ ਹੈਗੇ ਨੇ ਜਿਨ੍ਹਾਂ ਦੇ ਗਰੀਬਾਂ ਦੇ ਬੱਚੇ ਵੀ ਬਹੁਤ ਅੱਗੇ ਵਧ ਗਏ। ਆਮ ਤੌਰ ਤੇ ਜਨਰਲ ਕਨਸੈਪਸ਼ਨ ਇਹੀ ਹੈ, ਇੱਕ ਆਮ ਧਾਰਨਾ ਇਹੀ ਹੈ ਕਿ ਜਿਹੜੇ ਅਮੀਰ ਨੇ ਉਹ ਹੀ ਆਪਣੇ ਬੱਚਿਆਂ ਦੀ ਪੜ੍ਹਾਈ ਤੇ ਪੈਸੇ ਲਾਉਂਦੇ ਨੇ, ਉਹ ਹੀ ਆਪਣੇ ਬੱਚਿਆਂ ਨੂੰ ਅੱਗੇ ਜ਼ਿੰਦਗੀ 'ਚ ਕੁਝ ਬਣਾਉਂਦੇ ਨੇ, ਫਿਰ ਉਹਨਾਂ ਦੇ ਬੱਚੇ ਹੋਰ ਪੈਸੇ ਕਮਾਉਂਦੇ ਨੇ। ਤਾਂ ਕੀ ਹੋਏਗਾ, ਆਮਦਨ ਤੇ ਧਨ ਦੀ ਵੰਡ ਬਰਾਬਰ ਨਹੀਂ ਹੋਏਗੀ। ਹੁਣ ਕੀ ਕੀਤਾ, ਆਮਦਨ ਕਿੰਦੇ ਚ ਮਾਪਾਂਗੇ, ਮੁਦਰਾ ਦੇ ਵਿੱਚ, ਧਨ ਕਿੰਦੇ ਚ ਮਾਪਾਂਗੇ, ਮੁਦਰਾ ਦੇ ਵਿੱਚ। ਤਾਂ ਮੁਦਰਾ ਦੇ ਆਉਣ ਨਾਲ ਹੀ ਇਹ ਸਾਰੀਆਂ ਸਮੱਸਿਆਵਾਂ ਪੈਦਾ ਹੋਈਆਂ ਵੀ ਆਪਣੇ ਸਮਾਜ ਦੇ ਵਿੱਚ ਜਿਹੜਾ ਹੈ ਉਹ ਦੋ ਕੈਟੇਗਰੀਜ਼ ਪੈਦਾ ਹੋ ਗਈਆਂ, ਇੱਕ ਬਹੁਤ ਅਮੀਰ, ਇੱਕ ਬਹੁਤ ਗਰੀਬ। ਤੇ ਇਹਨਾਂ ਦੋਨਾਂ ਦੇ ਵਿਚਾਲੇ ਜਿਹੜਾ ਪਿਸਦਾ ਪਿਆ ਉਹ ਕੌਣ ਹੈ, ਉਹ ਹੈ ਮੱਧ ਵਰਗੀ, ਜਿਹੜਾ ਗਰੀਬ ਤਰ੍ਹਾਂ ਰਹਿ ਨਹੀਂ ਸਕਦਾ ਤੇ ਜਿਹੜਾ ਅਮੀਰ ਬਣ ਨਹੀਂ ਸਕਦਾ। ਤਾਂ ਹੁਣ ਦੋਨਾਂ ਦੇ ਵਿਚਕਾਰ ਜਿਹੜਾ ਪਿਸਦਾ ਪਿਆ, ਤਾਂ ਇਹ ਜਿਹੜੇ ਸਮਾਜ ਦੇ ਵਿੱਚ ਜਿਹੜੀ ਵੰਡ ਪੈਦਾ ਹੋਈ ਹੈ, ਅਮੀਰ, ਮੱਧ ਵਰਗੀ, ਗਰੀਬ ਹੈ, ਇਹ ਕੌਣ ਨੇ ਜੀ, ਇਹ ਪੈਸੇ ਦੇ ਆਧਾਰ ਤੇ ਗਰੀਬ ਨੇ ਜੀ, ਇਹ ਪੈਸੇ ਦੇ ਆਧਾਰ ਤੇ ਮੱਧ ਵਰਗੀ ਨੇ ਜੀ, ਇਹ ਪੈਸੇ ਦੇ ਆਧਾਰ ਤੇ ਅਮੀਰ ਨੇ ਜੀ। ਤਾਂ ਇਹ ਜਿਹੜੀ ਪੈਸੇ ਦੀ ਜਿਹੜੀ ਵੰਡ ਹੋਈ ਹੈ ਨਾ, ਉਹ ਮੁਦਰਾ ਦੇ ਆਉਣ ਤੋਂ ਬਾਅਦ ਹੀ ਹੋਈ ਹੈ। ਉਦੋਂ ਹੀ ਪਤਾ ਲੱਗਿਆ ਕਿ ਇਹ ਅਮੀਰ ਹੈ ਜੀ, ਇਹ ਗਰੀਬ ਹੈ ਜੀ। ਤਾਂ ਇਹਨੇ ਕੀ ਕੀਤਾ, ਆਮਦਨ ਤੇ ਧਨ ਦੀ ਅਸਮਾਨ ਵੰਡ ਕੀਤੀ। फिर वापस आने ऊपर वाले पॉइंट पे अति पूंजीकरण हो गया, हरेक काम 'ਚ पैसा लाना शुरू करता। अति पूंजीकरण ਦਾ ਨਤੀਜਾ ਕੀ ਨਿਕਲਿਆ, अति उत्पादन। अति मतलब जरूरत ਤੋਂ ਜ਼ਿਆਦਾ उत्पादन होना शुरू हो गया। ਜਦੋਂ ਜ਼ਰੂਰਤ ਤੋਂ ਜ਼ਿਆਦਾ ਕੋਈ ਚੀਜ਼ ਬਣਨੀ ਸ਼ੁਰੂ ਹੋ ਜਾਏਗੀ, ਕੀ ਹੋਏਗਾ, ਉਹਦਾ ਮੁੱਲ ਘਟ ਜਾਏਗਾ, ਉਹਦੀ ਕੀਮਤ ਘਟ ਜਾਏਗੀ, ਉੱਥੇ ਮੰਦੀ ਆਏਗੀ, ਕੀ ਹੋਏਗਾ, ਬਰਬਾਦ ਹੋਣਗੇ। देखो बड़ी सिंपल जी एग्जांपल है, जो पैसा ज्यादा आ जाता है ना, जो तेजी होती है, आप हमने सर्कल बनाया सी इस तरह, ठीक है, जो आ तेजी है ना, आ नो तेजी क्या सी, वो कहता है तेजी तो बाद की होएगा, मंदी वाल जाओगे, मंदी वाल तो बाद की होएगा, फिर उसी मंदी वाल पहुंचोगे। तेजी तो आप मंदी वाल किवें चले जाते हैं। तेजी ਦੇ ਵਿੱਚ ਕੀ ਹੁੰਦਾ ਹੈ ਵੀ ਜਿਹੜੇ ਉਤਪਾਦਕ ਨੇ ਜਾਂ ਜਿਹੜੇ ਨਿਵੇਸ਼ ਕਰਨ ਵਾਲੇ ਨੇ ਉਹ ਹੋ ਜਾਂਦੇ ਨੇ ਅਤੀ ਆਸ਼ਾਵਾਦੀ। ਅਤੀ ਆਸ਼ਾਵਾਦੀ ਮਤਲਬ ਉਹਨਾਂ ਨੂੰ ਲੱਗਦਾ ਹੈ ਲੈ ਵੀ ਤੇਜ਼ੀ ਚੱਲ ਰਹੀ ਹੈ, ਹੁਣ ਤਾਂ ਜਿਹੜੇ ਕੰਮ 'ਚ ਪੈਸੇ ਲਾਵਾਂਗੇ ਉੱਥੋਂ ਪੈਸਾ ਆਣਾ ਹੀ ਆਣਾ ਹੈ। ਯਾਨੀ ਕੀ ਕਰਨਗੇ, ਹਰੇਕ ਕੰਮ 'ਚ ਪੈਸਾ ਲਾਣਾ ਸ਼ੁਰੂ ਕਰ ਦੇਣਗੇ। और ਉਹਨਾਂ ਲੱਗੇਗਾ ਜਿਹੜੇ ਮਰਜ਼ੀ ਕੰਮ 'ਚ ਪੈਸਾ ਲਾ ਦਿਓ, तेजी ਇੰਨੀ ਕੋ ਜ਼ਿਆਦਾ ਹੈ, ਮੁਨਾਫੇ ਇੰਨੇ ਕੋ ਜ਼ਿਆਦਾ ਨੇ ਕਿ ਮਿੱਟੀ ਨੂੰ ਵੀ ਹੱਥ ਲਾਵਾਂਗੇ ਤਾਂ ਸੋਨਾ ਬਣ ਜੂਗਾ ਹੀ। ਉਹ ਕੀ ਕਰਨਗੇ, ਕਈ ਐਸੇ
ਕੰਮਾਂ 'ਚ ਪੈਸਾ ਲਾ ਦੇਣਗੇ ਜਿਨ੍ਹਾਂ ਤੋਂ ਮੁਨਾਫਾ ਹੋਣ ਦੀ ਸੰਭਾਵਨਾ ਨਹੀਂ ਹੋਏਗੀ, मतलब ਜਿਹੜਾ ਉਹਨਾਂ ਦਾ ਅਤੀ ਆਸ਼ਾਵਾਦੀ ਵਿਵਹਾਰ ਸੀ ਕੀ ਹੋਏਗਾ, ਨਿਰਾਸ਼ਾਵਾਦ 'ਚ ਬਦਲ ਜਾਏਗਾ। ਕਿ अगर मैं बड़ी सिंपल जी एग्जांपल लवा, अगर मैं आपदे शहर फाजिलका दी एग्जांपल लवा तो कुछ साल पहला साडे शहर दे विच प्रॉपर्टी दे रेट बहुत ज्यादा सी। हुन प्रॉपर्टी बहुत ज्यादा जी, प्लॉट बड़े महंगे बिकदे पे ने जी। की होया, जिन्हां दे कोल ज़मीनां पईयां सी, मतलब कोई शहर तो बाहर पई है या कोई ऐसे इलाके च पई है जिथे आन जान का साधन नहीं हैगा, उन्होंने की कीता, उन्होंने लग्या कि लो जी हुण तां प्लॉटां दे रेट बहुत ज्यादा ने जी, प्रॉपर्टी बहुत ज्यादा बिक रही है जी, की करो कट्टो प्लॉट दे विचों। मतलब ऐजियां थावां ते भी की कीता, पैसा लगाना शुरू करता जिथे प्लॉट विकण दे कोई चांस नहीं सी। पर क्या आशावाद बहुत ज्यादा कि लो जी जना खना प्लॉट खरीदी जांदा है, जना खना प्रॉपर्टी च पैसे लाई जांदा है, सानू भी साडी जमीन पई है, सानू भी प्लॉट कट देने चाहिए ने। की होया, आशावाद बहुत ज्यादा सी, प्लॉट कट दे, बाद च की होया, विके। हुण ਜਿਹੜੇ ਬੰਦੇ ਨੇ प्लॉट कट्टे सोच के कट्टे कि लो जी मैं 20 ਲੱਖ ਦਾ ਵੇਚਾਂਗਾ ਜਾਂ 25 ਲੱਖ ਦਾ ਵੇਚੂੰਗਾ, ਹੁਣ 20 ਲੱਖ 25 ਲੱਖ ਦੀ ਥਾਂ ਤੇ ਕੋਈ 5 ਲੱਖ ਦੇਣ ਨੂੰ ਤਿਆਰ ਨਹੀਂ ਹੈਗਾ। ਕੀ ਹੋਇਆ, ਮੰਦੀ ਵਾਲਾ ਆਣਾ ਸ਼ੁਰੂ ਹੋ ਗਿਆ ਕਿ ਨਹੀਂ ਹੋ ਗਿਆ। ਹੁਣ ਉਹਦਾ ਇਫੈਕਟ ਕੀ ਪਿਆ, ਇੱਕ ਥਾਂ ਤੇ ਜਿਹੜੇ ਪਲਾਟ ਕੱਟੇ ਗਏ ਉਹ ਨਹੀਂ ਵਿਕੇ, मतलब ਉੱਥੇ ਪਲਾਟਾਂ ਦੇ ਰੇਟ ਡਾਊਨ ਹੋਏ, ਲੋਕਾਂ ਨੂੰ ਲੱਗਿਆ ਕਿ ਪਲਾਟ ਦੇ ਰੇਟ ਤਾਂ ਘਟੀ ਜਾਂਦੇ ਨੇ। ਕੀ ਹੋਇਆ, ਇਹਦਾ ਇਫੈਕਟ ਬਾਕੀ ਕਲੋਨੀਆਂ ਤੇ ਵੀ ਹੋਇਆ, ਉੱਥੇ ਵੀ ਰੇਟ ਜਿਹੜੇ ਨੇ ਘਟਣੇ ਸ਼ੁਰੂ ਹੋ ਗਏ, ਸਾਰੇ ਪਾਸੇ ਰੇਟ ਘਟੇ, ਕੀ ਪਹੁੰਚ ਗਏ, ਮੰਦੀ ਤੇ ਪਹੁੰਚ ਗਏ। ਜਦੋਂ ਅਤੀ ਪੂੰਜੀਕਰਨ ਹੋਏਗਾ, ਅਤੀ ਉਤਪਾਦਨ ਹੋਏਗਾ, ਚੀਜ਼ ਜ਼ਰੂਰਤ ਤੋਂ ਜ਼ਿਆਦਾ ਬਾਜ਼ਾਰ ਦੇ ਵਿੱਚ ਆਏਗੀ, ਨਤੀਜਾ ਕੀ ਨਿਕਲੇਗਾ, ਨਤੀਜਾ ਇਹ ਨਿਕਲੇਗਾ अर्थ व्यवस्था बर्बादी ਤੇ ਪਹੁੰਚੇਗੀ। ਹੁਣ ਇਹ ਸਾਰਾ ਕੁਝ ਕਿਉਂ ਹੋ ਰਿਹਾ, ਪੈਸੇ ਕਰਕੇ। ਤਾਂ ਪੈਸੇ ਨੇ ਕੀ ਕੀਤਾ, ਅਤੀ ਪੂੰਜੀਕਰਨ ਕੀਤਾ, ਆਮਦਨ ਤੇ ਧਨ ਦੀ ਜਿਹੜੀ ਵੰਡ ਹੈ ਉਹ ਬਰਾਬਰ ਨਹੀਂ ਕੀਤੀ, ਪੂਰੇ ਦੇ ਪੂਰੇ ਸਮਾਜ ਨੂੰ ਕਈ ਹਿੱਸਿਆਂ ਦੇ ਵਿੱਚ ਵੰਡਤਾ। ਇਹ ਸਿਰਫ ਮੁਦਰਾ ਦੇ ਆਉਣ ਨਾਲ ਹੋਇਆ। ਅਗਰ ਮੁਦਰਾ ਨਹੀਂ ਹੁੰਦੀ ਸੀ, ਸਮਾਜ ਦੇ ਵਿੱਚ ਸਮਾਨਤਾ ਹੁੰਦੀ ਸੀ ਕਾਫੀ ਹੱਦ ਤੱਕ। थोड़े बहुते वेरिएशंस ਤਾਂ ਰਹਿਣਗੇ, ਥੋੜੇ ਬਹੁਤੇ ਜਿਹੜੇ ਅੰਤਰ ਨੇ ਉਹ ਤਾਂ ਹੋਇਆ ਕਰਦੇ ਸੀ, ਪਰ ਇੰਨੇ ਅੰਤਰ ਨਹੀਂ ਹੁੰਦੇ ਸੀ ਵੀ ਇੱਕ ਬੰਦਾ ਉਹਨਾਂ ਕੋਲ ਤਾਂ ਜਿਹੜਾ ਲੱਖਾਂ ਖਰਬ ਰੁਪਏ ਹੈਗੇ ਨੇ ਜੀ, ਦੂਜਾ ਬੰਦਾ ਐਜਾ ਹੈ ਦੂਜੇ ਕੋਲ 10 ਰੁਪਏ ਵੀ ਨਹੀਂ ਹੈਗੇ, ਉਹ ਵਿਚਾਰਾ ਦੁਕਾਨਾਂ ਜਾ ਕੇ ਘਰ ਜਾ ਕੇ ਭੀਖ ਮੰਗਦਾ ਪਿਆ। ਐਡੇ ਵੀ ਬੁਰੇ ਹਾਲਾਤ ਨਹੀਂ ਹੁੰਦੇ ਸੀ ਜਦੋਂ ਵਸਤੂ ਵਟਾਂਦਰਾ ਪ੍ਰਣਾਲੀ ਹੁੰਦੀ ਸੀ। ਤਾਂ ਪੈਸਾ ਆਉਣ ਨਾਲ ਹੀ ਇਹ ਸਾਰੀਆਂ ਬੁਰਾਈਆਂ ਜਿਹੜੀਆਂ ਨੇ ਉਹ ਪੈਦਾ ਹੋਈਆਂ ਨੇ। ਫਿਰ ਜਿਹੜਾ ਪੈਸਾ ਹੈ ਉਹਦਾ ਇੱਕ ਹੋਰ ਪ੍ਰਭਾਵ ਜਿਹੜਾ ਪਿਆ ਨਾ, ਉਹ ਪਿਆ ਉਹਦਾ ਨੈਤਿਕ ਪ੍ਰਭਾਵ। ਨੈਤਿਕ ਪ੍ਰਭਾਵ ਕੀ ਚੀਜ਼ ਹੁੰਦੀ ਹੈ, ਇਹ ਜਿਹੜਾ ਪ੍ਰਭਾਵ ਜਿਹੜਾ ਆਪਣੇ ਨੈਤਿਕ ਮੁੱਲਾਂ ਤੇ ਪੈਂਦਾ, ਆਪਣੀਆਂ ਮੋਰਲ ਵੈਲਿਊਜ਼ ਤੇ ਪੈਂਦਾ ਹੈ। ਅੱਜ ਹਰ ਬੰਦੇ ਨੂੰ ਨਾ ਪੈਸਾ ਚਾਹੀਦਾ ਹੈ। ਉਹ ਪੈਸਾ ਕਿਵੇਂ ਆਏਗਾ ਕੋਈ ਮਾਇਨੇ ਨਹੀਂ ਰੱਖਦਾ। ਉਹ ਪੈਸਾ ਚੋਰੀ ਕਰਕੇ ਆਵੇ, ਡਾਕਾ ਮਾਰ ਕੇ ਆਵੇ, ਕਤਲ ਕਰਕੇ ਆਵੇ, ਜਿਵੇਂ ਮਰਜ਼ੀ ਆਵੇ, ਉਹ ਕਹਿੰਦਾ ਪੈਸਾ ਚਾਹੀਦਾ। पैसे वास्ते वो बड़े तो बड़ा धोखा देने में तैयार हो जाता है। मतलब जो अपने अंदर जो इंसानियत के गुण से ना, पैसे ने वो इंसानियत के गुण मारते हैं। आज हर बंदा भौतिकतावादी है। भौतिकतावादी कहता है सिर्फ भौतिक चीजों के पीछे भज रहा है। मेरे को टीवी होना चाहिए, मेरे को बड़ा टीवी होना चाहिए, मेरे को फ्रिज होना चाहिए, मेरे घर च मतलब जो है वॉशिंग मशीन होनी चाहिए, मेरा बड़ा बड़ा घर होना चाहिए, कार होनी चाहिए, हर एक तरह का व्हीकल होना चाहिए, पूरी फैसिलिटीज होनी चाहिए ने। सिर्फ आप पैसे पीछे भज रहे हैं, आप उनके पीछे सब अपना दीन ईमान जो है अपने जो नैतिक मूल्य सी आप सब कुछ छड़ चुके हैं सिर्फ पैसे दे। पैसे दी एक बुराई है भी पैसे ने की कीता इंसान ਨੂੰ ਪਾਗਲ ਬਣਾਤਾ ਵੀ ਹੋਰ ਆਪਾਂ ਉਹ ਹੋਰ ਦੇ ਚੱਕਰ ਚ ਨਾ ਇਹ ਕਹਿੰਦਾ ਨਾ ਰੈਟ ਰੇਸ, ਆਪਾਂ ਰੈਟ ਰੇਸ ਦੇ ਚੱਕਰ ਚ ਪੈ ਗਏ ਆ ਜਿਹੜੀ ਕਦੇ ਖਤਮ ਨਹੀਂ ਹੋਣ ਵਾਲੀ। ਪੈਸਾ ਆਪਾਂ ਨੂੰ ਕਿੱਥੇ ਜਾ ਕੇ ਲੈ ਕੇ ਜਾਏਗਾ ਕੋਈ ਪਤਾ ਨਹੀਂ, ਅੰਤ ਕੀ ਹੈ ਕੋਈ ਪਤਾ ਨਹੀਂ। ਸਿਰਫ ਆਪਾਂ ਉਸ ਪੈਸੇ ਦੀ ਦੌੜ ਦੇ ਪਿੱਛੇ ਭੱਜ ਰਹੇ ਆ, ਇਨਸਾਨੀਅਤ ਨਾਮ ਦੀ ਕੋਈ ਚੀਜ਼ ਜਿਹੜੀ ਹੈ ਆਪਣੇ ਅੰਦਰ ਬਾਕੀ ਨਹੀਂ ਰਹੀ। फिर पैसे ने आने नाल की होया, पैसे ने आने नाल एक होर नुकसान जिहड़ा है वो ये होया है कि पैसे ने आने नाल जिहड़ी आर्थिक बर्बादी है वो बहुत ज्यादा बढ़ गई है। आर्थिक बर्बादी की चीज है भी कदे ना बैंकों तो लोन मिलते होंगे सी, वो कहते बैंक लोन क्यों दिता है, इस करके दिता है कि तुसी इस हालत च नहीं है भी कोई चीज खरीद सको, इस हालत च नहीं है भी तुसी कोई काम शुरू कर सको तो बैंक तुहानू मदद करेगा।
ਲੋਕਾਂ ਨੇ ਕੀ ਕੀਤਾ, ਬੈਂਕ ਤੋਂ ਲੋਨ ਲਿਆ, ਕਿਸੇ ਨੇ ਕਿਸੇ ਕੰਮ ਵਿੱਚ ਲਾਇਆ, 4 ਪੈਸੇ ਉੱਤੋਂ ਕਮਾਏ, ਵਿੱਚੋਂ ਕੀ ਕੀਤਾ, ਜਿੰਨਾ ਬੈਂਕ ਦਾ ਵਿਆਜ ਬੰਦਾ ਸੀ ਵਿਆਜ ਬੈਂਕ ਨੂੰ ਦਿੱਤਾ, ਆਦਾ ਮੁਨਾਫਾ ਲਿਆ। ਟਾਈਮ ਨਾਲ ਕੀ ਹੋਇਆ, ਬੈਂਕਾਂ ਤੋਂ ਜਿਹੜੇ ਨੇ ਉਹ ਐਜੇ ਲੋਨ ਲੈਣੇ ਸ਼ੁਰੂ ਕਰਤੇ ਜਿਹੜੇ ਕਿ ਉਹਨਾਂ ਨੂੰ ਬਰਬਾਦੀ ਵੱਲ ਲੈ ਕੇ, ਮਤਲਬ ਇੱਕ ਹੁੰਦੇ ਨੇ ਉਹਨੂੰ ਆਪਾਂ ਕਹਿੰਦੇ ਆ ਪ੍ਰੋਡਕਟਿਵ ਕੰਮ, ਯਾਨੀ ਕਿ ਉਤਪਾਦਕ ਕੰਮ, ਉਤਪਾਦਕ ਮਤਲਬ ਜਿਨ੍ਹਾਂ ਦਾ ਕੋਈ ਫਾਇਦਾ ਹੋਣ ਵਾਲਾ, मतलब ऐसे काम जिन्हें अगर आज कुछ पैसे लाओगे तो कल कुछ मिलेगा, वो उत्पादक ने। एक होता है गैर उत्पादक या जिन्हें हम कहते हैं अण उत्पादक, ऐसे काम जिन्हें जिन्ना मर्जी पैसा ला लो वड्डी ना कुछ नहीं। तो लोगों ने की किया, उत्पादक कामां दे नाल नाल गैर उत्पादक कामां वास्ते भी कर्जे लेने शुरू करते। अगर वो गैर उत्पादक कामां वास्ते कर्जे बैंकां ने नहीं दिते तो आड़तियां को ले ले, साहूकारों को ले ले, जमींदारों को ले ले। ताई तो कहावत है, कहते हैं जो भारतीय किसान है ना वो कर्जे दे विच ही जन्म लैंदा है, कर्जे दे विच ही जिंदा रहंदा है ते कर्जे 'च मर जांदा है। क्यों मरदा? सोचो अगर एक किसान वाकई अपनी खेती वास्ते जिहड़ा वो कर्जा लैंदा है, फसल होएगी, बेचेगा, 4 पैसे आएंगे, विचों आड़तीए दे पैसे देगा, कोई 4 पैसे आप नु बचाएगा, फसल दे खराब होने दे चांस भी हुंदे ने पर एने नहीं होंगे। कोई 5 साल बाद, कोई 6 साल बाद एक बार फसल खराब होगी, चलो तो मनन वाली गल है। पर जो आप गैर उत्पादक काम वास्ते पैसे लेने हैं, उधार मान लो जी ब्याह से पैसे उधार ले रहे हैं जी, घर च पैसा नहीं हैगा, घरे रोटी नहीं पकदी, ब्याह वड्डा करना है जी, 8 किलो पैसे ले ले, हुन ब्याह दे जो पैसे लग गए बदले में सब कुछ आना को नहीं। मतलब लोकी जेडे तुहाडे घरे आके जेडे रसगुल्ले गुलाब जामुन खा गए वो खा गए, उनके बदले उन्होंने तुहानू कुछ नहीं देना। की होएगा? एक गैर उत्पादक काम ने, मुंडा जम गया जी, उनके ते पैसा लाना है जी, ब्याह है जी, उनके ते पैसा लाना है जी, एक ही है, एक तुहानू जिहड़ी है आर्थिक बर्बादी वाले पासे लेके जा रहे हैं। मतलब पैसे दे आन दे नाल लोकां दे अंदर जिहड़े दिखावा करन दी जिहड़ी टेंडेंसी है, दिखावा करन दा जिहड़ा प्रभाव है वो वध गया। लोकां ने वो सब दिखावा करना शुरू किया। दिखावा कितने दिन चलेगा? अखीर ते जाके की होएगा, तुसी बर्बाद होवोगे। तां पैसे दे आन नाल जिहड़ी आर्थिक बर्बादी है वो की होगी, पहला ला लो वध गई। जदों पैसा नहीं हुंदा सी, लोकी जिहड़े ने वो आदियां लिमिट दे विच रहिंदे सी, आदि चादर वेख के पैर पसारदे सी। पर पैसे दे नाल की होया, दिखावा शुरू होया, जिहदे नाल की होया आर्थिक बर्बादी जिहड़ी है वो शुरू हो गई। फिर आपां एक होर पॉइंट करदे हां, वो है काले धन दी समस्या। हुण काला धन की हुंदा है? देखो काले धन का मतलब कोई ये नहीं हैगा भी काले रंग का होगा। काला धन ऐसा धन हुंदा है जिंदा आपां सरकार नूं कोई हिसाब किताब नहीं देंदे। मतलब ऐसा पैसा जिंदे बदले सरकार नूं टैक्स नहीं दिते जाते। जदों लोकां कोल पैसा आ गया ज्यादा, हुण इंडिया विच जो टैक्स लगदे ने वो लगदे ने प्रगतिशील। प्रगतिशील मतलब जिवें जिवें आमदन बढ़ेगी ना टैक्स बढ़ेगा। मतलब अगर तुम्हारी आमदन बहुत घट है तो टैक्स है ही नहीं। अगर आमदन 2.5 लाख रुपया होगी तो 5% टैक्स है, उस तो बाद 10 हो जाएगा, फिर 15 हो जाएगा, फिर 20 हो जाएगा, फिर 30 हो जाएगा। जिवें जिवें आमदन बढ़ेगी ना टैक्स बढ़ेगा। एक बंदे को आमदन होगी बहुत ज्यादा, हुण उन्होंने लगता है कि आमदन बहुत ज्यादा है, अगर मैंने सरकार को टैक्स देना आ गया तो 30% तो सरकार टैक्स ले जाएगी। मतलब तीजा हिस्सा तो सरकार ने टैक्स ले जाना। जे तीजा हिस्सा सरकार टैक्स ले जाएगी तो मैनू की बचेगा? उन्हें की कीता, वो कहता सरकार को दसो ही ना भी सानू इत्थों आमदन हुई है। उन्हें की कीता, वो जिहड़ा पैसा सी उन्होंने कीता अंदर खाते रख लिया, वो पैसा की बन गया काला धन बन गया। हुण जिहड़ा जिन्हों आप आमदन तो 2 नंबर के पैसे भी कहते हैं, हुण जिहड़े 2 नंबर के पैसे ने ये किस काम आएंगे? ये कोई वो उत्पादकी कामां ते तां लाएगा नहीं, लाएगा तो गैर उत्पादकी कामां ते, यानी कि दिखावे ते। उहदे नाल की होएगा? दिखावे दी चीज़ां खरीदूगा, बाजार च मंग वध जानी है, मंग वधेगी तो की होएगा? कीमतां वधणगीਆਂ। आपां आम तौर ते देखो काला धन सारे रखते हैं, जिहड़ा कहता है मैं तो काला धन रखता ही नहीं, वो गलत बोलता है। किवें? तुसीं दुकानदार कोल गए, तुसीं अज दी एग्जांपल ले लो, अज दी तरीक दे विच तुसीं किसी दुकानदार कोलों कोई चीज़ खरीदी, मान लो तुहाडे सामने कोई दुकान हैगी है, तुसीं उहदे तो कोई पेंसिल खरीदी, पेन खरीदिया, कॉपी खरीदी, कोई चीज़ खरीदी, मतलब कोई लेस दा पैकेट या कोई होर तुसीं कोई कुरकुरे दा पैकेट या कोई बिस्किट दा पैकेट तुसीं खरीदिया, उहदा तुसीं बिल लिया। हुण तुसीं कहोगे ना असीं तां बिल लिया ही नहीं। जेकर तुसीं उहदा बिल नहीं लिया
ਇਹਦਾ ਮਤਲਬ ਇਹ ਹੈ ਵੀ ਉਹਨੇ ਉਸ ਚੀਜ਼ ਨੂੰ ਸਰਕਾਰ ਨੂੰ ਵਿਖਾਇਆ ਹੀ ਨਹੀਂ, ਕਿਉਂਕਿ ਜੇ ਉਹ ਬਿੱਲ ਕੱਟਦਾ ਉਹਦੇ ਖਾਤਿਆਂ ਵਿੱਚ ਉਹ ਚੀਜ਼ ਆਂਦੀ, ਉਹਨੇ ਦਾ ਬਿੱਲ ਕੱਟਿਆ ਨਹੀਂ, ਉਹਨੇ ਦਿੱਤਾ ਨਹੀਂ, ਤੁਸੀਂ ਦਿੱਤਾ ਨਹੀਂ, ਉਹ ਜਿਹੜੇ ਚੀਜ਼ਾਂ ਤੁਸੀਂ ਲਈਆਂ ਨਾ, ਜਿੰਨੀ ਆਮਦਨ ਉਸ ਦੁਕਾਨਦਾਰ ਨੂੰ ਹੋ ਰਹੀ ਹੈ ਉਹ ਸਾਰੀ ਦੀ ਸਾਰੀ ਆਮਦਨ ਕੀ ਹੈ, ਉਹਦਾ ਕਾਲਾ ਧਨ ਹੈ, ਜਿੱਦਾਂ ਸਰਕਾਰ ਨੂੰ ਕੋਈ ਹਿਸਾਬ ਨਹੀਂ ਦੇਵੇਗਾ, ਸਰਕਾਰ ਨੂੰ ਟੈਕਸ ਨਹੀਂ ਮਿਲਣਗੇ, ਸਰਕਾਰ ਨੂੰ ਆਮਦਨ ਨਹੀਂ ਹੋਏਗੀ। ਜੇ ਸਰਕਾਰ ਨੂੰ ਆਮਦਨ ਨਹੀਂ ਹੋਏਗੀ ਤਾਂ ਕੱਲ ਨੂੰ ਜੇ ਸਰਕਾਰ ਨੂੰ ਆਮਦਨ ਹੁੰਦੀ ਤਾਂ ਉਹ ਤੁਹਾਡੇ ਭਲੇ ਵਾਸਤੇ ਹੀ ਖਰਚ ਕਰਦੀ, ਤੁਸੀਂ ਸਰਕਾਰ ਨੂੰ ਆਮਦਨ ਹੋਣ ਨਹੀਂ ਦਿੱਤੀ, ਕੱਲ ਨੂੰ ਆਪਾਂ ਸਰਕਾਰ ਨੂੰ ਕਿਵੇਂ ਦੋਸ਼ ਦੇ ਸਕਦੇ ਹਾਂ ਵੀ ਤੁਸੀਂ ਸਾਡੇ ਭਲਾਈ ਐਸੇ ਪੈਸੇ ਨਹੀਂ ਖਰਚ ਕਰਦੇ, ਆਪਾਂ ਸਰਕਾਰ ਨੂੰ ਪੈਸੇ ਦੇ ਰਹੇ ਹੈਗੇ ਨਹੀਂ ਨਾ, ਤਾਂ ਇਹਦੇ ਕਰਕੇ ਕੀ ਹੋਇਆ, ਕਾਲੇ ਧਨ ਦੀ ਸਮੱਸਿਆ ਵੀ ਜਿਹੜੀ ਹੈ ਉਹ ਪੈਦਾ ਹੋ ਗਈ ਹੈ। ਤਾਂ ਇਹ ਸੀ ਮੁਦਰਾ ਦੀਆਂ ਹਾਨੀਆਂ, ਮੁਲਕ ਵਿੱਚ ਅਸਥਿਰਤਾ ਪੈਦਾ ਹੋ ਗਈ ਹੈ, ਵਪਾਰ ਚੱਕਰ ਆਣੇ ਸ਼ੁਰੂ ਹੋ ਗਏ ਨੇ, ਅਧਿਕ ਪੂੰਜੀਕਰਨ ਹੋ ਗਿਆ, ਹਰੇਕ ਕੰਮ 'ਚ ਪੈਸਾ ਲਾਉਣਾ ਸ਼ੁਰੂ ਕਰ ਦਿੱਤਾ ਗਿਆ, ਆਮਦਨ ਤੇ ਧਨ ਦੀ ਵੰਡ ਬਰਾਬਰ ਨਹੀਂ ਕੀਤੀ, ਨੈਤਿਕ ਪ੍ਰਭਾਵ ਹੋ ਗਏ ਨੇ, ਨੈਤਿਕ ਤੌਰ ਤੇ ਆਪਾਂ ਖਰਾਬ ਹੋ ਗਏ ਆ, ਠੀਕ ਹੈ, ਆਰਥਿਕ ਬਰਬਾਦੀ ਮਤਲਬ ਫालतू ਕੰਮਾਂ 'ਚ ਪੈਸੇ ਲਾਉਣੇ ਸ਼ੁਰੂ ਕਰਦੇ ਨੇ ਤੇ ਕਾਲੇ ਧਨ ਦੀ ਸਮੱਸਿਆ ਜਿਹੜੀ ਹੈ ਉਹ ਆ ਗਈ ਹੈ। ਇਹ ਸਾਰੀਆਂ ਸੀ ਮੁਦਰਾ ਦੀਆਂ ਬੁਰਾਈਆਂ, ਠੀਕ ਹੈ ਜੀ, ਜਾਂ ਆਪਾਂ ਕਹਿ ਸਕਦੇ ਹਾਂ ਮੁਦਰਾ ਦੀਆਂ ਹਾਨੀਆਂ। ਤਾਂ ਉਮੀਦ ਹੈ ਤੁਹਾਨੂੰ ਲੈਕਚਰ ਸਮਝ ਆਇਆ ਹੋਵੇਗਾ, ਅੱਛਾ ਲੱਗਿਆ ਹੋਵੇਗਾ। ਤਾਂ ਮਿਲਦੇ ਹਾਂ ਆਪਣੇ ਅਗਲੇ ਲੈਕਚਰ ਦੇ ਵਿੱਚ, ਕੋਈ ਡਾਊਟ ਹੋਵੇ ਤਾਂ ਜ਼ਰੂਰ ਉਹਨੂੰ ਜਿਹੜਾ ਹੈ ਉਹ ਕਮੈਂਟ ਬਾਕਸ ਦੇ ਵਿੱਚ ਪਾਇਆ ਜਾਏ। ਥੈਂਕ ਯੂ ਵੈਰੀ ਮਚ।